ਡਾਕਟਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਉਹਨਾਂ ਨੂੰ ਰੱਬ ਦਾ ਰੂਪ ਕਹਿੰਦੇ ਨੇ, ਕਿਉਂਕਿ ਡਾਕਟਰ ਜਿਹੜੇ ਨੇ ਉਹ ਕਈ ਵਾਰ ਅਜਿਹਾ ਕਾਰਨਾਮਾ ਕਰ ਜਾਂਦੇ ਨੇ, ਅਜਿਹਾ ਚਮਤਕਾਰ ਕਰ ਜਾਂਦੇ ਨੇ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ ਵਾਕਈ ਭਗਵਾਨ ਦੇ ਹੱਥੋਂ ਵੀ ਰੂਹ ਇਨਸਾਨ ਦੀ ਖਿੱਚ ਕੇ ਲੈ ਕੇ ਆ ਜਾਂਦੇ ਨੇ ਤੇ ਇੱਕ ਇਨਸਾਨ ਨੂੰ ਨਵਾਂ ਜੀਵਨਦਾਨ ਬਖਸ਼ ਦਿੰਦੇ ਨੇ। ਤੇ ਕਿਸ ਤਰੀਕੇ ਦੇ ਨਾਲ ਇੱਕ ਡਾਕਟਰ ਦੀ ਜ਼ਿੰਦਗੀ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਇੱਕ ਡਾਕਟਰ ਆਪਣੀ ਜ਼ਿੰਦਗੀ ਜੀਂਦਾ ਹੈ, ਆਪਣੇ ਪਰਿਵਾਰ ਨੂੰ ਛੱਡ ਕੇ ਮਰੀਜ਼ਾਂ ਦੀ ਮਦਦ ਕਰਨ ਲਈ ਜਾਂ ਫਿਰ ਮਰੀਜ਼ਾਂ ਦਾ ਇਲਾਜ ਕਰਨ ਲਈ ਅੱਗੇ ਆਉਂਦਾ। ਇਸ ਬਾਬਤ ਅੱਜ ਸਾਡੇ ਨਾਲ ਗੱਲ ਕਰਨ ਦੇ ਲਈ ਡਾਕਟਰ ਕਰਮਵੀਰ ਮੌਜੂਦ ਨੇ, ਜੋ ਕਿ ਯੂਰੋਲੋਜਿਸਟ ਨੇ, ਰੀਨਲ ਸਰਜਨ ਨੇ ਤੇ ਸੁਹਾਨਾ ਹਸਪਤਾਲ ਦੇ COO ਵੀ ਨੇ। ਸੋ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵੱਡੇ ਚੈਲੰਜਸ ਜਿਹੜੇ ਹੁੰਦੇ ਨੇ, ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਇੱਕ ਡਾਕਟਰ ਦੀ, ਕਿਉਂਕਿ ਇਹ ਡਾਕਟਰਸ ਡੇ ਹੈ ਤੇ ਡਾਕਟਰਸ ਦੇ ਬਾਰੇ ਆਪਾਂ ਗੱਲ ਵੀ ਕਰਾਂਗੇ। ਸੋ ਡਾਕਟਰ ਕਰਮਵੀਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਦੇ। ਥੈਂਕ ਯੂ ਸੋ ਮਚ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਤੁਸੀਂ ਜਿਹੜੀ ਸਰਜਰੀ ਤੁਸੀਂ ਕਰਦੇ ਹੋ, ਜਿਸ ਡਿਪਾਰਟਮੈਂਟ ਨਾਲ ਤੁਸੀਂ ਤਾਲੁਕ ਰੱਖਦੇ ਹੋ, ਇੱਕ ਅਜਿਹਾ ਡਿਪਾਰਟਮੈਂਟ ਹੈ ਜਿਸ ਦੇ ਵਿੱਚ ਕਹਿ ਲਈਏ ਕਿ ਲੋਕਾਂ ਦੀ ਜ਼ਿੰਦਗੀ ਵੀ ਨਿਰਭਰ ਕਰਦੀ ਹੈ। ਕਈ ਵਾਰੀ ਉਹਨਾਂ ਡਿਪਾਰਟਮੈਂਟ ਦੇ ਵੀ ਕੁਝ ਐਮਰਜੈਂਸੀਜ਼ ਅਜਿਹੀਆਂ ਆ ਜਾਂਦੀਆਂ ਨੇ ਜਿਸ ਵਿੱਚ ਸ਼ਾਇਦ ਤੁਹਾਨੂੰ ਆਪਣੇ ਪਰਿਵਾਰ ਛੱਡ ਕੇ ਵੀ ਹਸਪਤਾਲ ਆਉਣਾ ਪੈਂਦਾ। ਹੋਰ ਇਸ ਤੋਂ ਜੇਕਰ ਗੱਲ ਕੀਤੀ ਜਾਵੇ, ਸਭ ਤੋਂ ਵੱਡੇ ਚੈਲੰਜਸ ਕੀ ਰਹਿੰਦੇ ਨੇ ਇੱਕ ਡਾਕਟਰ ਦੇ ਲਈ, ਖਾਸ ਕਰਕੇ ਇੱਕ ਸਰਜਨ ਦੇ ਲਈ, ਅਜਿਹੇ ਖਾਸ ਕਰਕੇ ਯੂਰੋਲੋਜੀ ਦੇ ਡਿਪਾਰਟਮੈਂਟ ਦੇ ਵਿੱਚ ਗੱਲ ਕੀਤੀ ਜਾਵੇ ਤਾਂ? ਸੋ ਬੇਸਿਕਲੀ ਮੈਂ ਯੂਰੋਲੋਜਿਸਟ ਹੈਗਾ। ਸੋ ਸਾਡੇ ਚੈਲੰਜਸ ਐਸ ਡਾਕਟਰਸ ਐਂਡ ਫੀਲਡ ਸਪੈਸੀਫਿਕ ਥੋੜੇ ਜਿਹੇ ਡਿਫਰੈਂਟ ਹੁੰਦੇ ਨੇ। ਅਸੀਂ ਅਗਰ ਡਾਕਟਰੀ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤੇ ਸਾਨੂੰ ਸਭ ਨੂੰ ਪਤਾ ਹੈ ਕਿ ਡਾਕਟਰੀ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਸਾਰੇ ਕੋਰਸਿਸ ਪਾਰ ਕਰਨੇ ਪੈਂਦੇ ਹੈ, ਕਈ ਸਾਲ ਲੱਗ ਜਾਂਦੇ ਨੇ। ਔਰ ਸਰਜਨ ਦੀ ਜ਼ਿੰਦਗੀ 'ਚ ਟੂ ਹੈਵ ਦੈਟ ਐਕਸਪਰਟੀਜ਼ ਕਿ ਤੁਸੀਂ ਚੰਗੀ ਤਰ੍ਹਾਂ ਇੱਕ ਸਰਜਰੀ ਨੂੰ ਕਰ ਪਾਓ, ਚੈਲੰਜਿੰਗ ਸਰਜਰੀਜ਼ ਕਰ ਪਾਓ, ਕਾਫੀ ਸਾਲ ਲੱਗਦੇ ਨੇ। ਯੂ ਹੈਵ ਟੂ slog a lot, you have to spend a lot of years, you have to train a lot under a lot of people, and then you finally become a surgeon. Once you are there, है ना, ਅਸੀਂ ਆਈ ਐਮ ਇਨ ਪ੍ਰੈਕਟਿਸ, ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਸਰਵ ਕਰੀਏ। ਅਸੀਂ ਕੋਈ ਪੋਸੀਬਿਲਿਟੀ ਪੂਰੀ ਰਹਿੰਦੀ ਹੈ ਕਿ ਕਿੱਥੋਂ ਕੋਈ ਗਲਤੀ ਹੋ ਜਾਵੇ, ਕੋਈ ਦਿੱਕਤ ਆ ਜਾਵੇ, ਸੋ ਵੀ ਟਰਾਈ ਐਂਡ ਸੋਲਵ ਬਿਕੋਜ਼ ਕੰਪਲਿਕੇਸ਼ਨਸ ਆਰ ਅ ਪਾਰਟ ਆਫ ਐਨੀ ਕਾਈਂਡ ਆਫ ਸਰਜੀਕਲ ਸਪੈਸ਼ਲਿਟੀ। ਸੋ ਚੈਲੰਜਸ ਦੀ ਗੱਲ ਕਰੀਏ ਤਾਂ ਚੈਲੰਜਸ ਇਸ ਤਰ੍ਹਾਂ ਹੁੰਦੇ ਨੇ ਜੀ ਕਿ ਓਬਵੀਅਸਲੀ ਤੁਸੀਂ ਟਾਈਮ ਤੇ ਅਸੀਂ ਦੇਖ ਹੀ ਨਹੀਂ ਸਕਦੇ, ਕਿਸੇ ਨੂੰ ਵੀ ਕਦੇ ਵੀ ਸਾਡੀ ਲੋੜ ਪੈ ਸਕਦੀ ਹੈ। ਸਰਜਨ ਦੀ ਜ਼ਿੰਦਗੀ 'ਚ ਕੋਈ ਵੀ ਸਰਜਰੀ ਐਸੀ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਫਿਕਸ ਟਾਈਮ ਤੇ ਬੋਲ ਸਕੋ ਕਿ ਅੱਧੇ ਘੰਟੇ 'ਚ ਪੱਕਾ ਹੋ ਜਾਏਗੀ। ਉਸ 'ਚ ਹੋ ਸਕਦਾ ਕਦੀ ਜ਼ਿਆਦਾ ਟਾਈਮ ਲੱਗ ਜਾਏ, ਕਦੀ ਘੱਟ ਟਾਈਮ ਲੱਗ ਜਾਏ, ਕਦੀ ਕਿਸੇ ਨੂੰ ਕੋਈ ਲੋੜ ਪੈ ਜਾਏ, ਦੇਰ ਸਵੇਰ ਕੋਈ ਬਲੀਡਿੰਗ ਹੋ ਜਾਏ, ਕੋਈ ਕੰਪਲਿਕੇਸ਼ਨ ਹੋ ਜਾਏ। ਸੋ ਵੀ ਆਰ ਆਲਵੇਜ਼ ਔਨ ਆਰ ਟੋਜ਼, ਵੀ ਆਰ ਆਲਵੇਜ਼ ਰੈਡੀ। आई एम अ यूरोलॉजिस्ट, तो यूरोलॉजी च बेसिकली जो मेरी स्पेशलिटी है किडनीज, ब्लैडर, प्रोस्टेट, इन सब चीज़ों ਨੂੰ परटेन करती है। मेल इनफर्टिलिटी ਹੁੰਦਾ है, आई एम ऑल्सो अ किडनी ट्रांसप्लांट सर्जन। सो इन सब चीज़ों 'ਚ जो साड़ी चैलेंजेस ਹੁੰਦੇ ਨੇ, यूरोलॉजी स्पैसिफिक तो यह है कि कभी किसी का पेशाब रुक जाए, एमरजेंसी हो जाती है, तो यू हैव टू गो एंड कैथेटराइज दैट पेशेंट कि पेशेंट कंफर्टेबल हो जाए। स्टोन डिजीज़ बड़ा कॉमन हैगा, स्टोन डिजीज़ से किसी को बहुत सीवियर शार्प पेन हो जाता है, वी हैव टू गो एंड मैनेज दैट पेशेंट। सानू ध्यान रखना है कि बंदा कंफर्टेबल हो जाए, टाइमली डायग्नोसिस हो जाए। डायग्नोसिस वास्ते सानू प्रॉपर मशीनां चाहिए होंदियां ने जी। सो दैट इज़ वाई द हॉस्पिटल सैटअप इज़ रिक्वायर्ड। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਕਿ ਜੇਕਰ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਰੀਏ ਜਾਂ ਹੋਰ ਅਜਿਹੀ ਖਾਸ ਕਰਕੇ ਕਿਡਨੀ ਪ੍ਰੋਬਲਮਸ ਦੀ ਗੱਲ ਕਰੀਏ, ਇੱਕ ਸਮਾਂ ਬੀਤੇ ਸਮੇਂ ਦੇ ਵਿੱਚ ਸ਼ਾਇਦ ਉਹ ਕਹਿ ਲਈਏ ਕਿ ਕਾਲਾ ਸਮਾਂ ਪੂਰੀ ਦੁਨੀਆ ਦੇ ਉੱਤੇ ਸੀਗਾ, ਜਦੋਂ ਕੋਵਿਡ ਦਾ ਸਮਾਂ ਸੀਗਾ। ਉਸ ਸਮੇਂ ਦੇ ਵਿੱਚ ਖਾਸ ਕਰਕੇ ਕਿਡਨੀ ਟ੍ਰਾਂਸਪਲਾਂਟ ਦੇ ਜਿਹੜੇ ਡਾਕਟਰਸ ਸੀਗੇ, ਜਿਹੜੇ ਸਰਜਨ ਸੀਗੇ, ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ। ਜੇ ਮੈਂ ਤੁਹਾਡੀ ਬਤੌਰ ਸਰਜਨ ਗੱਲ ਕਰਾਂ, ਤੁਹਾਡੇ ਲਈ ਕੋਵਿਡ ਦਾ ਸਮਾਂ ਜਿਹੜਾ ਹੈ ਉਹ ਕਿਸ ਤਰੀਕੇ ਨਾਲ, ਕਿਉਂਕਿ ਕਿਹਾ ਇਹ ਜਾ ਰਿਹਾ ਸੀਗਾ ਕਿ ਕੋਵਿਡ ਨਾਲ ਜ਼ਿਆਦਾ ਜਿਹੜੀਆਂ ਮੌਤਾਂ ਨਹੀਂ ਹੋਈਆਂ ਉਹ ਕੋਮੋਰਬਿਡਿਟੀਜ਼ ਦੇ ਨਾਲ ਹੋਈਆਂ, ਜਿਨ੍ਹਾਂ ਨੂੰ ਰੀਨਲ ਪ੍ਰੋਬਲਮ ਸੀਗੀ ਜਾਂ ਕਿਸੇ ਨੂੰ ਹਾਰਟ ਪ੍ਰੋਬਲਮ ਸੀਗੀ, ਉਹਦੇ ਨਾਲ ਕਾਫੀ ਜਿਹੜੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਤੇ ਕਿੱਦਾਂ ਦਾ ਤੁਹਾਡੇ ਲਈ ਕੋਵਿਡ ਦਾ ਸਮਾਂ ਰਿਹਾ ਸੀ, ਕਿਉਂਕਿ ਉਹ ਡਾਕਟਰਸ ਦੇ ਲਈ ਖਾਸ ਕਰਕੇ ਬਹੁਤ ਵੱਡਾ ਚੈਲੰਜ ਰਿਹਾ ਸੀਗਾ? ਡੈਫੀਨੇਟਲੀ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਕੋਵਿਡ ਦਾ ਸਮਾਂ ਰੱਬ ਨਾ ਕਰੇ ਕਿ ਦੁਬਾਰਾ ਸਾਨੂੰ ਦੇਖਣਾ ਪਏ। ਇਟ ਵਾਜ਼ ਅ ਵੈਰੀ ਚੈਲੰਜਿੰਗ ਟਾਈਮ ਫॉर ਆਲ ਆਫ ਅਸ। ਸਾਨੂੰ ਸਪੈਸ਼ਲੀ ਫਰਸਟ ਵੇਵ 'ਚ ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਹੁੰਦਾ ਪਿਆ। ਵੀ ਵਰ ਆਲ ਵੈਰੀ ਸਕੈਰਡ। ਅਸੀਂ PPE ਕਿਟ ਪਾ ਕੇ ਕੰਮ ਕਰਦੇ ਸੀ ਜੀ, ਉਹ ਆਸਾਨ ਨਹੀਂ ਸੀਗਾ, ਹੈ ਨਾ। ਵੇਅਰਿੰਗ ਦੈਟ ਥਿੰਗ ਸੂਟ ਔਨ ਟੌਪ ਆਫ ਯੋਰ ਕਲੋਥਸ ਐਂਡ ਦੈਨ ਗੋਇੰਗ ਟੂ ਟ੍ਰੀਟ ਯੋਰ ਪੇਸ਼ੈਂਟਸ, ਦੈਟ ਵਾਜ਼ ਨਾਟ ਈਜ਼ੀ। ਸੈਕੰਡ ਵੇਵ ਦੇ ਹੋਰ ਵੱਡੇ ਚੈਲੰਜਸ ਸੀ, ਮੌਤਾਂ ਜ਼ਿਆਦਾ ਹੋਈਆਂ ਸੀ ਉਸ ਟਾਈਮ 'ਚ। ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਜੋ ਕੋਮੋਰਬਿਡਿਟੀ ਸੀ, ਸਪੈਸ਼ਲੀ ਡਾਇਬੀਟਿਕ ਪੇਸ਼ੈਂਟਸ, ਕਿਡਨੀ ਡਿਜ਼ੀਜ਼ ਦੇ ਪੇਸ਼ੈਂਟਸ, ਉਹਨਾਂ ਦਾ ਰਿਜ਼ਰਵ ਘੱਟ ਹੁੰਦਾ ਸੀ ਜੀ। ਤੇ ਜਿਨ੍ਹਾਂ ਦਾ ਰਿਜ਼ਰਵ ਘੱਟ ਹੈ ਔਰ ਉਤੋਂ ਦੀ ਉਹਨਾਂ ਨੂੰ ਵਾਇਰਸ ਅਟੈਕ ਕਰ ਰਿਹਾ ਸੀ, ਤੇ ਉਸ ਵੇਲੇ ਉਹਨਾਂ ਦੇ ਵਾਸਤੇ ਸਾਨੂੰ ਐਕਸਟਰਾ ਕੇਅਰ ਲੈਣੀ ਪੈਂਦੀ ਸੀ। ਸਾਨੂੰ ਐਂਟੀਬਾਇਓਟਿਕਸ ਥੋੜੇ ਐਸਕੇਲੇਟ ਕਰਨੇ ਪੈਂਦੇ ਸੀ, ਥੋੜਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਸੀ। ਉਹਨਾਂ ਨੂੰ ਕੋਵਿਡ ਨੇ ਹਿੱਟ ਵੀ ਜ਼ਿਆਦਾ ਕੀਤਾ ਸੀ। ਅਨਫੋਰਚੂਨੇਟਲੀ ਉਹਨਾਂ 'ਚ ਮੌਤਾਂ ਵੀ ਜ਼ਿਆਦਾ ਹੋਈਆਂ ਸੀ ਜੀ। ਸੋ ਆਲ ਇਨ ਆਲ ਅਸੀਂ ਅਗਰ ਕੋਵਿਡ ਦੀ ਗੱਲ ਕਰੀਏ,
it was I think once in a lifetime scenario for all of us, even as doctors, even as a general public, ਸਭ ਵਾਸਤੇ ਬਹੁਤ ਹੀ ਇੱਕ ਡਰਾਵਣਾ ਸਮੇਂ ਸੀਗਾ। ਠੀਕ ਹੈ, ਉਸ 'ਚ ਥੋੜੇ ਬਹੁਤ ਪੋਜ਼ਿਟਿਵਸ ਵੀ ਇਹ ਸੀਗੇ ਕਿ ਲੋਕਾਂ ਨੂੰ ਥੋੜਾ ਸਮਾਂ ਮਿਲ ਗਿਆ, ਲੋਕਾਂ ਨੂੰ ਸਮਝ ਆ ਗਈ ਕਿ ਆਪਣੀ ਬਾਡੀ ਦਾ ਧਿਆਨ ਰੱਖਣਾ ਹੈ, ਚੰਗੀ ਤਰ੍ਹਾਂ ਆਪਣੀ ਡਾਈਟ ਦਾ ਕੰਟਰੋਲ ਰੱਖਣਾ ਹੈ। ਲੋਕਾਂ ਨੂੰ देयर वाज अ बिग डिफरेंस आफ्टर कोविड दैट वी सॉ, पीपल वर मोर अवेयर, ਲੋਕਾਂ ਨੂੰ ਇਹ ਸਮਝ ਆ ਗਈ ਸੀ ਕਿ ਅਗਰ ਕਿਸੇ ਨੂੰ ਸ਼ੂਗਰ ਹੈ ਤਾਂ ਉਹਨੂੰ ਕੰਟਰੋਲ ਰੱਖਣਾ ਹੈ, ਬੀਪੀ ਦੀ ਦਵਾਈਆਂ ਟਾਈਮ ਸਿਰ ਲੈਣੀ ਹੈ, ਆਪਣੇ ਵਜ਼ਨ ਦਾ ਧਿਆਨ ਰੱਖਣਾ ਹੈ। lot of people got into the habit of cycling, exercising, keeping themselves fit। ਤੇ ਡਾਕਟਰ ਸਾਹਿਬ ਗੱਲ ਕੀਤੀ ਜਾਵੇ, ਤੁਸੀਂ ਜਿਸ ਯੂਰੋਲੋਜੀ ਦੀ ਗੱਲ ਕਰੀਏ, ਆਪਾਂ ਯੂਰੋਲੋਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਸੈਗਮੈਂਟ ਨੇ ਉਹ ਆਉਂਦੇ ਨੇ, ਫਿਰ ਭਾਵੇਂ ਉਹ ਕਿਡਨੀਜ਼ ਨੂੰ ਲੈ ਕੇ ਹੋਵੇ, ਕਿਡਨੀ ਸਟੋਨ ਨੂੰ ਲੈ ਕੇ ਹੋਵੇ, ਪ੍ਰੋਸਟੇਟਸ ਨੂੰ ਲੈ ਕੇ ਹੋਵੇ। ਜੇ ਮੈਂ ਗੱਲ ਕਰਾਂ ਅਜੋਕੇ ਜ਼ਮਾਨੇ ਦੇ ਵਿੱਚ, ਜੇਕਰ ਗੱਲ ਕਰੀਏ ਅੱਜ ਦੇ ਜ਼ਮਾਨੇ 'ਚ ਕਿਡਨੀ ਸਟੋਨ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ, ਜੋ ਕਿ ਅਮੂਮਨ ਜਿਹੜੀ ਹਰ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਦਿਖ ਜਾਂਦੀ ਹੈ। ਜੇ ਮੈਂ ਗੱਲ ਕਰਾਂ 100 ਦੇ ਵਿੱਚੋਂ 60 ਤੋਂ 70 ਮਰੀਜ਼ ਜਿਹੜੇ ਹੋਣਗੇ ਜਿਹਨਾਂ ਨੂੰ ਕਿਡਨੀ ਸਟੋਨਸ ਦੀ ਪ੍ਰੋਬਲਮ ਆਉਂਦੀ ਹੈ। ਜੇਕਰ ਆਪਾਂ ਗੱਲ ਕਰੀਏ ਇਹ ਕਿਡਨੀ ਸਟੋਨ ਬਣਦਾ ਕਿੱਦਾਂ, ਖਾਸ ਕਰਕੇ ਇੱਕ ਇਨਸਾਨ ਦੇ ਵਿੱਚ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਹਾਲੇ ਇਹ ਵੱਡਾ ਸਵਾਲ ਆਉਂਦਾ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਉਸ ਨੂੰ ਕਿੱਦਾਂ ਜਿਹੜਾ ਹੈ ਕਿਉਰ ਕੀਤਾ ਜਾ ਸਕਦਾ, ਕਿਸ ਤਰੀਕੇ ਉਸ ਤੋਂ ਬਚਿਆ ਜਾ ਸਕਦਾ। ਤੁਸੀਂ ਇਹ ਤੇ ਠੀਕ ਕਿਹਾ ਕਿ ਕਿਡਨੀ ਸਟੋਨ ਬਹੁਤ ਕਾਮਨ ਬਿਮਾਰੀ ਹੈ, ਬਟ ਯੈਸ 100 ਵਿੱਚੋਂ 60-70 ਤੇ ਨਹੀਂ ਹੋਏਗਾ, ਉਸ ਤੋਂ ਡੈਫੀਨਿਟਲੀ ਘੱਟ ਹੁੰਦਾ ਹੈ, ਬਟ ਵੀ ਆਰ ਇਨ ਅ ਸਟੋਨ ਬੈਲਟ। ਸੋ ਸਾਡੇ ਰੀਜਨ 'ਚ ਕਿਡਨੀ ਸਟੋਨਸ ਬਹੁਤ ਕਾਮਨ ਨੇ। ਕਿਡਨੀ ਸਟੋਨਸ ਬੇਸਿਕਲੀ ਅਗਰ ਗੱਲ ਕੀਤੀ ਜਾਏ ਮੈਡੀਕਲੀ, ਅੱਜ ਵੀ ਸਾਨੂੰ ਨਹੀਂ ਪਤਾ ਕਿ ਕਿਡਨੀ ਸਟੋਨਸ ਐਗਜ਼ੈਕਟਲੀ ਕਿਉਂ ਬਣਦੇ ਨੇ। देयर इज अ जेनेटिक प्रीडिस्पोजिशन जिस दे करके लोगों ਦੇ कुछ लोग एक फैमिली 'ਚ लोग सेम रोटी खाते हैं, एक बंदे ਨੂੰ स्टोन बनते हैं, अगले ਨੂੰ नहीं बनते हैं। सो एक जेनेटिक प्रीडिस्पोजिशन है, बट देयर इज समथिंग नोन एज अ क्रिस्टलाइजेशन थियोरी। जो एक्सेप्टेड मैडिकल थियोरी है उससे ये है कि अगर ਅਸੀਂ ਪਾਣੀ ਚੰਗੀ ਤਰ੍ਹਾਂ ਨਾ ਪੀਏ, ਸਾਡਾ ਯੂਰਿਨ ਕਨਸੈਂਟਰੇਟਡ ਹੋਏਗਾ। ਕਨਸੈਂਟਰੇਟਡ ਯੂਰਿਨ ਦੇ ਅੰਦਰ ਕ੍ਰਿਸਟਲਸ ਬਣਦੇ ਨੇ, ਉਸ ਦੇ ਨਾਲ ਸੁਪਰ ਐਡਡ ਇਨਫੈਕਸ਼ਨ ਹੁੰਦੀ ਹੈ ਔਰ ਉਹਦੇ ਨਾਲ ਸਟੋਨਸ ਬਣਦੇ ਨੇ। ਸੋ ਦ ਮੋਸਟ ਇੰਪੋਰਟੈਂਟ ਥਿੰਗ ਦੈਟ ਮੈਂ ਸਭ ਨੂੰ ਮੈਸੇਜ ਦੇਣ ਮੰਗਾਂਗਾ ਇਜ਼ ਟੂ ਹਾਈਡਰੇਟ ਯੋਰ ਕਿਡਨੀਜ਼। ਸੋ ਜੋ ਕਿਡਨੀ ਸਟੋਨ ਫਾਰਮਰਸ ਹੁੰਦੇ ਨੇ ਉਹਨਾਂ ਦੇ ਵਾਸਤੇ ਇੱਕ ਬੇਸਿਕ ਐਡਵਾਈਸ ਹੁੰਦੀ ਹੈ। ਸਾਨੂੰ ਬਹੁਤ ਕਾਮਨਲੀ ਲੋਕ ਪੁੱਛਦੇ ਨੇ ਜੀ ਕਿਡਨੀ ਸਟੋਨ ਦੀ ਪ੍ਰੀਵੈਂਸ਼ਨ ਕਿੱਦਾਂ ਕੀਤੀ ਜਾਏ। ਨੰਬਰ 1 ਇਜ਼ ਦੈਟ ਵੀ ਹੈਵ ਟੂ ਹਾਈਡਰੇਟ ਆਰ ਕਿਡਨੀਜ਼। ਆਮ ਬੰਦਾ 1.5 ਤੋਂ 2 ਲੀਟਰ ਪਾਣੀ ਪੀਏ ਤਾਂ ਚੱਲਦਾ ਹੈ, ਬਟ ਜੋ ਪ੍ਰੀਡਿਸਪੋਜ਼ਡ ਹੁੰਦਾ ਹੈ ਕਿ ਇਸ ਬੰਦੇ ਨੂੰ ਕਿਡਨੀ ਸਟੋਨਸ ਬਣਦੇ ਨੇ, ਮੈਡੀਕਲੀ ਇੱਕ ਵਾਰ ਕਿਸੇ ਨੂੰ ਸਟੋਨ ਬਣ ਗਿਆ 50% ਲੋਕਾਂ ਨੂੰ ਅਗਲੇ 10 ਸਾਲ 'ਚ ਫਿਰ ਤੋਂ ਸਟੋਨ ਬਣਦਾ ਹੈ। ਸੋ ਦੀ ਓਨਲੀ ਪ੍ਰੀਵੈਂਸ਼ਨ ਦੈਟ ਵੀ ਹੈਵ ਇਜ਼ ਗੁੱਡ ਹਾਈਡਰੇਸ਼ਨ। Hydration means 3-3.5 ਲੀਟਰ ਪਾਣੀ every day ਅਸੀਂ ਪੀਣਾ ਹੈ। The aim is not having the water, the aim is to have a good urine output ਜੋ ਪ੍ਰੈਕਟੀਕਲੀ 2 ਲੀਟਰ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਉਹਨੂੰ ਦੇਖਣ ਵਾਸਤੇ ਤੁਹਾਡਾ ਯੂਰਿਨ ਕਲੀਅਰ ਹੋਣਾ ਚਾਹੀਦਾ। ਪੀਲਾਪਨ ਜੇ ਹੋਏ ਤੇ ਦਾ ਮਤਲਬ ਹੈ ਤੁਹਾਡੀ ਕਿਡਨੀਜ਼ ਹਾਈਡਰੇਟਡ ਨਹੀਂ ਨੇ। ਇੱਕ ਕਾਮਨ ਸਵਾਲ ਸਾਨੂੰ ਹੋਰ ਲੋਕ ਪੁੱਛਦੇ ਨੇ ਕਿ ਕੀ ਨਹੀਂ ਖਾਣਾ ਚਾਹੀਦਾ, ਬੀਜੇ ਵਾਲੀ ਸਬਜ਼ੀਆਂ ਨਾ ਖਾਈਏ, ਅਸੀਂ ਟਮਾਟਰ ਛੱਡ ਦਈਏ ਤੇ ਖੀਰੇ ਛੱਡ ਦਈਏ। ਐਸਾ ਨਹੀਂ ਹੈ। ਸੋ ਕਿਡਨੀ ਸਟੋਨ ਕਾਮਨਲੀ ਕੈਲਸ਼ੀਅਮ ਔਰ ਆਕਜ਼ਲੇਟ ਦੇ ਬਣੇ ਹੁੰਦੇ ਨੇ। ਆਕਜ਼ਲੇਟਸ ਆਰ देयर ਇਨ ਪ੍ਰੈਕਟੀਕਲੀ एवरीथिंग दैट वी ईट। ਬੀਜੇ ਵਾਲੀ ਸਬਜ਼ੀਆਂ 'ਚ ਹੁੰਦੇ ਨੇ, ਨਟਸ 'ਚ ਹੁੰਦੇ ਨੇ, ਚਾਕਲੇਟਸ 'ਚ ਹੁੰਦੇ ਨੇ, ਮੀਟ 'ਚ ਹੁੰਦਾ ਹੈ, ਦੁੱਧ 'ਚ ਹੁੰਦਾ ਹੈ। ਸੋ ਇੱਕ ਬੇਸਿਕ ਮਾਤਰਾ 'ਚ ਆਕਜ਼ਲੇਟ ਇਜ਼ ਰਿਕੁਆਇਰਡ। ਐਸਾ ਨਹੀਂ ਹੈ ਕਿ ਅਸੀਂ ਕਿਸੇ ਵੀ ਚੀਜ਼ ਨੂੰ ਓਮਿਟ ਕਰ ਦਿਆਂਗੇ। ਐਸਾ ਵੀ ਨਹੀਂ ਹੁੰਦਾ ਕਿ ਕੋਈ ਬੰਦਾ ਅੱਧਾ ਕਿਲੋ ਟਮਾਟਰ ਇੱਕ ਵਾਰ 'ਚ ਖਾ ਜਾਏਗਾ। ਰੈਗੂਲਰ ਡਾਇਟ, एवरीथिंग इन मॉडरेशन, बट गुड हाइड्रेशन, दैट इज द वे, द ओनली वे दैट यू कैन डिक्रीज द चांसेस ऑफ फॉर्मिंग स्टोन। कंप्लीटली एलिमिनेट तो ਅਸੀਂ ਫਿਰ ਵੀ ਉਹਨੂੰ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ, ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਯੂਰੋਲੋਜੀ ਦੇ ਵਿੱਚ ਕੈਂਸਰ ਜਿਹੜਾ ਹੁੰਦਾ ਉਹ ਕਾਫੀ ਜਿਹੜਾ ਇਸ ਵਕਤ ਚਿੰਤਾ ਦਾ ਵਿਸ਼ਾ ਬਣ ਜਾਂਦਾ, ਖਾਸ ਕਰਕੇ ਕਿਉਂਕਿ ਉਹ ਇੱਕ ਅਜਿਹਾ ਕੈਂਸਰ ਹੁੰਦਾ ਜਿਹਦੇ ਬਾਰੇ ਸ਼ਾਇਦ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਸ਼ੁਰੂ ਵੀ ਹੁੰਦੀ ਹੈ ਉਹ ਛੇਤੀ ਕਿਸੇ ਨੂੰ ਦੱਸ ਨਹੀਂ ਪਾਉਂਦਾ ਜਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਨਹੀਂ ਕਰ ਪਾਉਂਦਾ। ਜਦੋਂ ਡਾਕਟਰ ਦੇ ਸਾਹਮਣੇ ਆਉਂਦਾ, ਜਦੋਂ ਡਾਕਟਰ ਡਾਇਗਨੋਸ ਕਰ ਲੈਂਦਾ, ਫਿਰ ਉਸ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਕਹਿ ਲਈਏ ਕਿ ਪਤਾ ਲੱਗਦਾ ਹੈ ਕਿ ਉਹ ਜਾਂ ਦੱਸਦਾ ਹੈ ਕਿ ਮੈਨੂੰ ਕਿਸ ਤਰੀਕੇ ਨਾਲ ਪ੍ਰੋਬਲਮ ਸ਼ੁਰੂ ਹੋਈ, ਕਿਵੇਂ ਹੋਇਆ। ਜੇਕਰ ਕਿਸੇ ਇਨਸਾਨ ਨੂੰ ਆਪਾਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਇਸ ਦੇ ਸਿੰਪਟਮਸ ਕੀ ਹੁੰਦੇ ਨੇ, ਕਿਸ ਤਰੀਕੇ ਨਾਲ ਕਿ ਇਨਸਾਨ ਨੂੰ ਜਿਹੜਾ ਹੈ ਇਹ ਦਿਖਦਾ ਹੈ ਕਿ ਇਸ ਕਦਮ ਵੱਲ ਨੂੰ ਜਿਹੜਾ ਵੱਧ ਰਿਹਾ, ਤੇ ਉਹਨੂੰ ਖਾਸ ਕਰਕੇ ਪਰਿਵਾਰਕ ਮੈਂਬਰਾਂ ਨਾਲ ਜਾਂ ਹਰ ਕਿਸੇ ਨਾਲ ਗੱਲ ਕਿਸ ਤਰੀਕੇ ਕਰੇ, ਕਿਉਂਕਿ ਉਸ ਦੇ ਵਿੱਚ ਕਿਤੇ ਨਾ ਕਿਤੇ ਝਾਕਾ ਜਿਹੜਾ ਹੈ ਇੱਕ ਮਰੀਜ਼ 'ਚ ਜ਼ਰੂਰ ਆ ਜਾਂਦਾ ਹੈ। ਬਿਲਕੁਲ ਠੀਕ ਕਿਹਾ ਜੀ ਤੁਸੀਂ। ਕੈਂਸਰ ਅੱਜ ਦੀ ਡੇਟ 'ਚ ਇੱਕ ਬਹੁਤ ਹੀ ਐਸਾ ਵਰਡ ਹੈ ਜੋ ਲੋਕਾਂ 'ਚ ਦਹਿਸ਼ਤ ਫੈਲਾ ਦਿੰਦਾ ਹੈ। ਬੰਦੇ ਨੂੰ ਅਗਰ ਡਾਇਗਨੋਸਿਸ ਮਿਲ ਜਾਏ ਕਿ ਤੁਹਾਨੂੰ ਕੈਂਸਰ ਹੋ ਗਿਆ ਹੈ ਤੇ ਇੱਕ ਸਡਨ ਝਟਕਾ ਲੱਗਦਾ ਹੈ ਐਂਡ ਯੂ نو योर ਲਾਈਫ ਸਪਿਨਸ ਅਰਾਊਂਡ। ਸੋ ਇਸ 'ਚ ਮੈਂ ਇਹ ਕਹਿਣ ਮੰਗਾਂਗਾ ਜੀ ਕਿ ਕੈਂਸਰ ਤੋਂ ਘਬਰਾਣਾ ਨਹੀਂ ਹੁੰਦਾ। ਮੈਡੀਕਲ ਸਾਇੰਸ ਅੱਜ ਦੀ ਡੇਟ 'ਚ ਇਤਨੀ ਐਡਵਾਂਸਡ ਹੋ ਗਈ ਹੈ ਕਿ ਇਨ ਆਲਮੋਸਟ most of the cancers we have some kind of cure। ਅਸੀਂ ਲਾਈਫ ਨੂੰ ਪ੍ਰੋਲੋਂਗ ਕਰ ਸਕਦੇ ਹਾਂ, ਟਾਈਮ ਸਿਰ ਉਸਦਾ ਇਲਾਜ ਕਰ ਸਕਦੇ ਹਾਂ। ਸੋ ਕੈਂਸਰ ਦੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਕਿ ਅਸੀਂ ਉਸਦਾ ਟਾਈਮਲੀ ਡਾਇਗਨੋਸਿਸ ਕਰੀਏ। ਸੋ ਐਜ਼ ਅ ਯੂਰੋਲੋਜਿਸਟ ਜੋ ਸਾਡੇ ਕੈਂਸਰਸ ਹੁੰਦੇ ਨੇ ਕਿਡਨੀ ਦੇ, ਬਲੈਡਰ ਦੇ, ਜੋ ਪ੍ਰੋਸਟੇਟ ਦਾ ਹੁੰਦਾ ਹੈ, ਟੈਸਟਿਸ ਦਾ ਹੋ ਸਕਦਾ ਹੈ ਨਾ, ਲੇਡੀਜ਼ 'ਚ ਹੋ ਸਕਦਾ ਹੈ, ਉਨ ਸਭ 'ਚ ਇਸ ਤਰ੍ਹਾਂ ਹੁੰਦਾ ਹੈ। ਦ ਕਾਮਨੈਸਟ ਸਿੰਪਟਮ ਫॉर ਅ ਯੂਰੋਲੋਜੀਕਲ ਕੈਂਸਰ ਇਜ਼ ਬਲੱਡ ਇਨ ਦ ਯੂਰਿਨ। ਕਿ ਕਿਸੇ ਨੂੰ ਅਗਰ ਲਾਲ ਪਿਸ਼ਾਬ ਆਏ ਔਰ ਖਾਸ ਕਰਕੇ ਅਗਰ ਉਹ ਪੇਨਲੈਸ ਹੋਏ ਤੇ ਤੁਹਾਨੂੰ ਇਮੀਡੀਏਟਲੀ ਆਪਣੇ ਡਾਕਟਰ ਸਾਹਿਬ ਨੂੰ ਕੰਸਰਨ ਕਰਨਾ ਚਾਹੀਦਾ ਹੈ ਨਾ, ਕੰਸਲਟ ਕਰਨਾ ਚਾਹੀਦਾ ਹੈ।
ਕਾਮਨਲੀ ਕੀ ਹੁੰਦਾ ਹੈ ਕਿ ਇੱਕ ਛੋਟਾ ਮੋਟਾ ਸਿੰਪਟਮ ਆਇਆ, ਬੰਦਾ ਕਹਿੰਦਾ ਹੈ ਕਿ ਯਾਰ ਮੈਂ ਕੈਮਿਸਟ ਕੋਲ ਦਵਾਈ ਲੈ ਲਾਂ ਔਰ ਉਹ ਫਿਰ 2-3 ਦਿਨ 'ਚ ਰਿਜ਼ੋਲਵ ਹੋ ਜਾਂਦਾ ਹੈ। ਬਟ ਇਹ ਧਾਰਨਾ ਗਲਤ ਹੈ। ਤੁਹਾਨੂੰ ਟਾਈਮ ਸਿਰ ਜਾ ਕੇ ਡਾਕਟਰ ਸਾਹਿਬ ਨੂੰ ਦੱਸਣਾ ਚਾਹੀਦਾ ਹੈ। ਕਿਸੇ ਨੂੰ ਅਗਰ ਯੂਰਿਨ 'ਚ ਬਲੱਡ ਆਏ, ਕਿਸੇ ਦਾ ਅਗਰ ਸਡਨ weight loss ਹੋਏ, ਕਿੱਥੇ ਬੋਡੀ 'ਚ ਕੋਈ ਲੰਪ ਫੀਲ ਹੋਏ, ਤੁਹਾਨੂੰ ਕੀ ਲੱਗੇ ਕਿ ਇੱਕ ਪਾਸੇ ਦਾ ਮੇਰਾ ਭਾਰਾ ਹੋ ਗਿਆ ਹੈ, ਕੋਈ weight gain ਹੋ ਰਿਹਾ ਹੋਏ ਤੁਹਾਡਾ, ਜਾਂ ਤੁਹਾਡਾ ਕਿਸੇ ਪਰਟੀਕੂਲਰ ਆਰਗਨ ਤੁਹਾਡਾ ਕੋਈ ਸਵੈਲ ਹੋ ਰਿਹਾ ਹੋਏ, ਇਮੀਡੀਏਟਲੀ ਡਾਕਟਰ ਸਾਹਿਬ ਨੂੰ ਮਿਲਣਾ ਚਾਹੀਦਾ ਹੈ। देयर आर अ लॉट ऑफ टेस्ट विच आर अवेलेबल। ਅਸੀਂ ਟਾਈਮ ਸਿਰ ਪਹਿਲਾਂ ਅਲਟਰਾਸਾਊਂਡ ਕਰਦੇ ਹਾਂ, ਡਿਪੈਂਡਿੰਗ ਔਨ ਕਿਹੜਾ ਆਰਗਨ ਇਨਵੋਲਵਡ ਹੈ, ਲੋੜ ਪੈਂਦੀ ਹੈ ਸੀਟੀ ਸਕੈਨ, ਪੈਟ ਸਕੈਨ, देयर आर ਮੈਨੀ ਵੇਜ਼ ਟੂ ਡੂ ਇਟ। ਜੀ, ਹਰ ਤਰ੍ਹਾਂ ਦਾ ਕੈਂਸਰ ਦਾ ਇਲਾਜ ਅਵੇਲੇਬਲ ਹੁੰਦਾ ਹੈ, ਰਾਈਟ ਫਰਮ ਕੀਮੋਥੈਰੇਪੀ ਟੂ ਸਰਜਰੀ ਟੂ ਰੇਡੀਏਸ਼ਨ। in our hospital definitely ਸਭ ਕੁਝ ਸੋਹਾਣਾ ਹਸਪੀਟਲ 'ਚ ਅਵੇਲੇਬਲ ਹੈਗਾ। we have a very good cancer team। I am a surgeon। ਮੇਰੀ ਸਪੈਸ਼ਲਿਟੀ ਦੇ ਕੈਂਸਰਸ ਕਾਮਨਲੀ ਸਰਜੀਕਲ ਹੁੰਦੇ ਆ। we are doing all kinds of surgeries here। ਅਸੀਂ ਇੱਥੇ ਸਭ ਕੁਝ ਕਰਦੇ ਹਾਂ। ਡਾਕਟਰ ਸਾਹਿਬ ਜਿੱਦਾਂ ਹੁਣ ਅਸੀਂ ਜ਼ਿਕਰ ਕੀਤਾ ਕਿ ਕੁਝ ਲੋਕ ਜਿੱਦਾਂ ਢੱਕ ਜਾਂਦੇ ਨੇ, ਜਿੱਦਾਂ ਸੰਗ ਕਰ ਜਾਂਦੇ ਨੇ, ਪ੍ਰੋਸਟੇਟ ਦਾ ਤੁਸੀਂ ਜ਼ਿਕਰ ਕੀਤਾ ਹੈ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਗੱਲ ਕੀਤੀ ਜਾਵੇ ਤਾਂ 60 ਸਾਲ ਦੇ ਤੁਸੀਂ ਕਿਹਾ ਕਿ ਲੋਕ ਇੱਥੇ ਆਉਂਦੇ ਨੇ, ਆਪਣਾ ਟੈਸਟ ਕਰਾ ਕੇ ਆਉਂਦੇ ਨੇ, ਪਰ ਅੱਜ ਦੀ ਜ਼ਮਾਨੇ ਦੇ ਵਿੱਚ ਵੀ ਲੋਕ ਜਿਹੜੇ ਨੇ ਹੱਲੇ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਜਿਹੜਾ ਥੋੜਾ ਸੰਗਦੇ ਨੇ, ਖਾਸ ਕਰਕੇ ਉਹ ਢੱਕ ਕੇ ਰੱਖਦੇ ਨੇ ਕਿ ਮੈਨੂੰ ਪ੍ਰੋਬਲਮ ਹੋ ਰਹੀ ਹੈ, ਦਰਦ ਹੋ ਰਹੀ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕੈਮਿਸਟ ਕੋਲ ਜਾ ਕੇ ਦਵਾਈ ਲੈ ਲੈਂਦੇ ਨੇ। ਕਿਸ ਤਰੀਕੇ ਦੇ ਨਾਲ ਜੇਕਰ ਗੱਲ ਕਰਾਂ ਤੇ ਪ੍ਰੋਸਟੇਟਸ ਨੂੰ ਲੈ ਕੇ ਜਿਹੜਾ ਉਸ ਦਾ ਡਾਇਗਨੋਸ ਕਿਸ ਤਰੀਕੇ ਹੋ ਸਕਦਾ ਹੈ? ਕਿਉਂਕਿ ਜੇਕਰ ਇੱਕ ਆਮ ਇਨਸਾਨ ਨੂੰ ਪਤਾ ਲੱਗ ਗਿਆ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਤਾ ਲੱਗ ਗਿਆ ਤਾਂ ਡਾਕਟਰ ਕੋਲ ਜਾਣਾ ਚਾਹੀਦਾ, ਪਰ ਕਿਸ ਤਰੀਕੇ ਦੇ ਨਾਲ ਉਸਨੂੰ ਉਸ ਦਾ ਕੁਝ ਸਿੰਪਟਮ ਜਿਹੜਾ ਅਲੱਗ ਹੁੰਦਾ ਜਿਸ ਤੋਂ ਪਤਾ ਲੱਗੇ ਕਿ ਪ੍ਰੋਸਟੇਟ ਦੀ ਪ੍ਰੋਬਲਮ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੋਈ ਹੈ, ਜਾਂ ਫਿਰ ਉਸਨੂੰ ਜਿਹੜਾ ਲੁਕਾਉਣਾ ਨਹੀਂ ਹੈ, ਫਟਾਫਟ ਡਾਕਟਰ ਕੋਲ ਜਾਣਾ, ਜਾਂ ਆਪਣੇ ਪਰਿਵਾਰਕ ਮੈਂਬਰ ਨਾਲ ਕਿਸ ਤਰੀਕੇ ਉਹ ਸ਼ੇਅਰ ਕਰ ਸਕਦਾ? ਸੋ ਜਿਸ ਤਰ੍ਹਾਂ ਮੈਂ ਹੁਣੇ ਕਿਹਾ, ਪ੍ਰੋਸਟੇਟ ਇੱਕ ਨਾਰਮਲ ਆਰਗਨ ਹੈ ਜੋ ਮੇਲਸ 'ਚ ਹੁੰਦਾ ਹੈ। ਬਲੈਡਰ ਦੇ ਨੀਚੇ ਇੱਕ ਛੋਟਾ ਜਿਹਾ ਆਰਗਨ ਹੈ ਜਿਹਦੇ ਵਿੱਚੋਂ ਦੀ ਅਸੀਂ ਸਾਰੇ ਯੂਰਿਨ ਪਾਸ ਕਰਦੇ ਹਾਂ ਜੀ। ਸੋ ਪ੍ਰੋਸਟੇਟ ਦਾ ਵਧਣਾ, ਪਹਿਲੀ ਚੀਜ਼ ਤੇ ਮੈਂ ਦੱਸਣ ਮੰਗਾਂਗਾ, ਅਗੇਨ ਪੀਪਲ ਕਮ, ਉਹ ਆਪਣੇ ਡਾਇਗਨੋਸਿਸ ਅਲਟਰਾਸਾਊਂਡ ਲੈ ਕੇ ਆਉਂਦੇ, ਕਹਿੰਦੇ ਜੀ ਮੈਨੂੰ ਪ੍ਰੋਸਟੇਟ ਹੋ ਗਿਆ। ਪ੍ਰੋਸਟੇਟ ਇਜ਼ ਅ ਨਾਰਮਲ ਆਰਗਨ, ਉਹ ਸਭ ਦਾ ਹੁੰਦਾ ਹੈ, ਇੱਕ ਬੱਚੇ ਤੋਂ ਲੈ ਕੇ ਬਜ਼ੁਰਗ 'ਚ ਸਭ ਨੂੰ ਪ੍ਰੋਸਟੇਟ ਹੁੰਦਾ ਹੈ। ਇਟਸ ਅ ਨਾਰਮਲ ਆਰਗਨ। ਏਜ ਦੇ ਨਾਲ ਰਫਲੀ 50-55 ਇਅਰਸ ਦੇ ਆਸ-ਪਾਸ ਇਹ ਪ੍ਰੋਸਟੇਟ ਗਰੋ ਕਰਨਾ ਸ਼ੁਰੂ ਕਰਦਾ ਹੈ। ਇਟ ਇਜ਼ ਲਾਈਕ ਏਜ ਦੇ ਨਾਲ ਸਾਡੇ ਝੁਰੀਆਂ ਪੈਂਦੀਆਂ ਨੇ, ਸਾਡੇ ਵਾਲ ਚਿੱਟੇ ਹੁੰਦੇ ਨੇ, ਇਸੇ ਤਰ੍ਹਾਂ ਪ੍ਰੋਸਟੇਟ ਗਰੋ ਕਰਦਾ ਹੈ। ਡਾਕਟਰ ਸਾਹਿਬ ਇਹ ਤਾਂ ਚਲੋ ਜਿਹੜੀਆਂ ਚੀਜ਼ਾਂ ਜੋ ਲੋਕ ਢੱਕ ਜਾਂਦੇ ਨੇ ਉਹਨਾਂ ਨੇ ਅਸੀਂ ਵੀ ਜ਼ਿਕਰ ਕੀਤਾ, ਪਰ ਇੱਕ ਆਮ ਇਨਸਾਨ ਦੀ ਜੇਕਰ ਗੱਲ ਕਰੀਏ, ਕਿਸ ਤਰੀਕੇ ਦੇ ਨਾਲ ਇਸ ਯੂਰੋਲੋਜੀ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਸ ਤੋਂ ਬਚਣ ਦੇ ਲਈ ਕਿਹੜੀਆਂ ਅਜਿਹੀਆਂ ਟਿਪਸ ਹੋਣਗੀਆਂ ਜਿਹੜਾ ਕਿ ਆਮ ਇਨਸਾਨ ਹਰ ਰੋਜ਼ ਵਰਤੇ ਤੇ ਅਜਿਹੀਆਂ ਬਿਮਾਰੀਆਂ ਜਿਹੜੀਆਂ ਜਕੜਦੀਆਂ ਨੇ ਉਹਨਾਂ ਤੋਂ ਉਹ ਬਚ ਕੇ ਰਵੇ, ਤਾਂ ਕਿ ਇੱਕ ਆਮ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਬਿਮਾਰੀ ਰਹਿਤ ਰਵੇ? ਸੋ ਕਿਡਨੀਜ਼ ਨੂੰ ਬਚਾਉਣ ਵਾਸਤੇ ਇੱਕ ਬਹੁਤ ਸਿੰਪਲ ਜਿਹਾ ਤਰੀਕਾ ਹੈ ਜੀ। ਬੇਸਿਕ ਚੀਜ਼ਾਂ ਸਾਡੇ ਸਭ ਨੂੰ ਪਤਾ ਹੈ ਦੈਟ ਵੀ ਹੈਵ ਟੂ ਟੇਕ ਕੇਅਰ ਆਫ ਆਰ weight, ਵੀ ਹੈਵ ਟੂ ਟੇਕ ਕੇਅਰ ਆਫ ਆਰ ਡਾਇਟ। ਅਸੀਂ ਸਾਫ਼ ਸੁਥਰਾ ਖਾਣਾ ਖਾਣਾ ਹੈ, ਅਸੀਂ ਐਜ਼ ਫਾਰ ਐਜ਼ ਪੋਸੀਬਲ ਹੋਮ ਕੁਕਡ ਫੂਡ ਖਾਈਏ, ਤੇਲ ਘਿਓ ਘੱਟ ਵਰਤੀਏ, ਫਿਜ਼ੀਕਲੀ ਆਪਣੇ ਆਪ ਨੂੰ ਫਿਟ ਰੱਖੀਏ, ਆਪਣੇ ਵਜਨ ਦਾ ਧਿਆਨ ਰੱਖੀਏ। ਕਿਡਨੀ ਸਪੈਸੀਫਿਕ ਚੀਜ਼ਾਂ ਇਹ ਹੁੰਦੀਆਂ ਨੇ ਕਿ ਅਸੀਂ ਥੋੜਾ ਜਿਹਾ ਨਮਕ ਦੀ ਮਾਤਰਾ ਘੱਟ ਰੱਖਣੀ ਹੈ, ਪ੍ਰੋਟੀਨ ਬਹੁਤ ਜ਼ਿਆਦਾ ਵੱਧ ਨਹੀਂ ਖਾਣਾ ਹੈ। ਅਸੀਂ ਆਪਣੀ ਅਗਰ ਸ਼ੂਗਰ ਹੈ, ਕਿਸੇ ਨੂੰ ਡਾਇਬੀਟੀਜ਼ ਕੰਟਰੋਲ 'ਚ ਰੱਖਣੀ ਹੈ, ਬੀਪੀ ਦੀ ਦਵਾਈਆਂ ਟਾਈਮ ਸਿਰ ਲੈਣੀ ਹੈ, ਬੀਪੀ ਨੂੰ ਕੰਟਰੋਲ 'ਚ ਰੱਖਣਾ ਹੈ। ਦ ਕਾਮਨੈਸਟ ਕਾਜ਼ ਆਫ ਕਿਡਨੀ ਫੇਲੀਅਰ, ਅਸੀਂ ਅਗਰ ਟ੍ਰਾਂਸਪਲਾਂਟ ਦੀ ਗੱਲ ਕਰੀਏ ਤਾਂ ਜੋ ਕਿਡਨੀ ਫੇਲੀਅਰ ਹੁੰਦਾ ਫਿਰ ਲੋਕਾਂ ਨੂੰ ਟ੍ਰਾਂਸਪਲਾਂਟ ਜਾਂ ਡਾਇਲਿਸਿਸ ਦੀ ਲੋੜ ਪੈਂਦੀ ਹੈ। ਸਭ ਤੋਂ ਕਾਮਨ ਕਾਜ਼ ਡਾਇਬੀਟੀਜ਼ ਹੁੰਦਾ ਹੈ, ਨੰਬਰ 2 ਤੇ ਹਾਈਪਰਟੈਂਸ਼ਨ ਹੈ, ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ, ਔਰ ਤੀਸਰਾ ਜੋ ਅਸੀਂ ਓਵਰ ਦ ਕਾਊਂਟਰ ਪੇਨ ਮੈਡੀਕੇਸ਼ਨਸ ਲੈਂਦੇ ਹਾਂ। ਇਹ ਸਾਰੀ ਚੀਜ਼ਾਂ ਬੜੀ ਕਾਮਨ ਹੈ, ਇਨ ਸਭ ਤੋਂ ਅਸੀਂ ਬਚਣਾ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਉਮੀਦ ਹੈ ਜਿਹੜਾ ਮੈਸੇਜ ਤੁਸੀਂ ਖਾਸ ਕਰਕੇ ਦਰਸ਼ਕਾਂ ਨੂੰ ਦਿੱਤਾ ਉਹ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੰਗੀ ਜਿਹੜਾ ਇੱਕ ਲੀਹ ਲਿਆਉਣ ਦੇ ਵਿੱਚ ਜ਼ਰੂਰ ਮਦਦ ਕਰੇਗਾ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਸੋ ਮਚ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਡਾਕਟਰ ਕਰਮਵੀਰ ਜੋ ਕਿ ਯੂਰੋਲੋਜਿਸਟ ਨੇ ਤੇ COO ਨੇ ਸੋਹਾਣਾ ਹਸਪਤਾਲ ਦੇ, ਜਿਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਯੂਰੋਲੋਜੀ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਬਿਮਾਰੀਆਂ ਨੇ ਉਸ ਤੋਂ ਜਿਹੜਾ ਹੈ ਉਸ ਨੂੰ ਲੁਕਾਉਣ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਜੇਕਰ ਤੁਹਾਨੂੰ ਕੋਈ ਸਿੰਪਟਮ ਜਾਂ ਅਗਰ ਤੁਹਾਨੂੰ ਕੋਈ ਲੱਛਣ ਦਿਖਦਾ ਹੈ ਤਾਂ ਉਸ ਲੱਛਣ ਨੂੰ ਜਿਹੜਾ ਹੈ ਸਮਝੋ ਤੇ ਉਸ ਤੋਂ ਬਾਅਦ ਫਟਾਫਟ ਆਪਣੇ ਡਾਕਟਰ ਕੋਲ ਜਾ ਕੇ ਉਸ ਨੂੰ ਡਾਇਗਨੋਸ ਕਰਵਾਓ ਤੇ ਉਸ ਦਾ ਇਲਾਜ ਕਰਵਾਉਣਾ ਜਿਹੜਾ ਬੇहद ਜ਼ਰੂਰੀ ਹੈ। ਤੇ ਨਾਲ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ, ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਤੇ ਇਹਨਾਂ ਬਿਮਾਰੀਆਂ ਨੂੰ ਦੂਰ ਕਿਵੇਂ ਰੱਖਿਆ ਜਾ ਸਕਦਾ ਉਸ ਦੇ ਟਿਪਸ ਵੀ ਸਾਡੇ ਨਾਲ ਸਾਂਝੇ ਕੀਤੇ। ਕੈਮਰਾ ਪਰਸਨ ਨਿਤਿਨ ਦੇ ਨਾਲ ਸਾਹਿਲ ਨਰੂਲਾ, ਲਿਵਿੰਗ ਇੰਡੀਆ ਨਿਊਜ਼।